और उस गल की भी निखेधी करते कि पत्रकार वीरां दे कैमरे भन्ने गए, चपेड़ा मारियां गईयां उन्हां नूं, क्योंकि तुसीं इस खबर नूं बाहर क्यों ले जाओगे। और मैनूं भी दरबार साहब तो कड्ढण दा कारण यही सी कि एक खबर मैं भी संगत नूं दसी सी 2015 ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਕੋੜਮੇ ਦੇ 6 ਮੁਲਾਜ਼ਮ ਗੁਰਦੁਆਰੇ 'ਚ ਨੇ, ਬਾਬਾ ਗੁਰਦਿੱਤਾ ਜੀਆਂ ਦਾ ਸਥਾਨ ਆਨੰਦਪੁਰ ਸਾਹਿਬ, ਔਰ 6 ਦੇ 6 ਬੰਦੇ ਗੁਰਦੁਆਰੇ 'ਚ ਮੀਟ ਖਾਂਦੇ ਨੇ, ਸ਼ਰਾਬ ਪੀਂਦੇ ਨੇ। ਉਸ ਤਰ੍ਹਾਂ ਹੀ ਜਾ ਕੇ ਉਹ ਤਾਬਿਆ ਬੈਠ ਕੇ ਉਲਟੀਆਂ ਮਹਾਰਾਜ ਜੀ ਦੇ ਸਰੂਪ ਤੇ ਕਰਦੇ। ਉਹ ਅਸੀਂ ਸਿੱਖ ਸੰਗਤ ਨੂੰ ਕਿਉਂ ਦੱਸਿਆ, ਉਹਦੀ ਸਜ਼ਾ ਮੈਨੂੰ ਇਹ ਦਿੱਤੀ ਗਈ ਕਿ ਦਰਬਾਰ ਸਾਹਿਬ ਚੋਂ ਬਾਹਰ ਕੱਢ ਦਿਓ। ਪਰ ਐਸਜੀਪੀਸੀ ਤਾਂ ਕਹਿੰਦੀ ਹੈ ਵੀ ਅਸੀਂ ਕਾਰਵਾਈ ਕਰ ਦਿੱਤੀ ਜੋ ਕਰਨੀ ਸੀਗੀ। ਉਹਦੀ ਰਿਪੋਰਟ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਈ ਆ, ਆਪਣੀ ਅਧਿਕਾਰਕ ਵੈਬਸਾਈਟ ਉਹਦੇ ਉੱਤੇ ਵੀ ਪਾ ਦਿੱਤੀ, ਕਹਿੰਦੇ ਕਾਰਵਾਈ ਤਾਂ ਕਰ ਦਿੱਤੀ ਅਸੀਂ। ਫਿਰ ਤੁਸੀਂ ਕਿਹੜੀ ਕਾਰਵਾਈ ਦੀ ਮੰਗ ਕਰ ਰਹੇ ਹੋ? ਫਿਰ ਇੱਕ ਵਾਰੀ ਹੋਰ ਜਾਇਓ ਇਹਨਾਂ ਮਹੰਤਾਂ ਦੇ ਕੋਲੇ, ਲੌਂਗੋਵਾਲ ਮਹੰਤ ਕੋਲੇ ਵੀ ਜਾਇਓ ਤੇ ਆ ਜਿਹੜਾ ਜਥੇਦਾਰ ਮਹੰਤ ਲਾਇਆ ਉਹਦੇ ਕੋਲੇ ਵੀ ਜਾਇਓ ਵੀ ਜੇ ਤੂੰ ਇਹ ਕਾਰਵਾਈ ਕਰ ਦਿੱਤੀ ਆ ਝਾੜੂ ਮਰਵਾ ਕੇ, ਭਾਂਡੇ ਮਜਵਾ ਕੇ, ਤੇ ਫਿਰ ਸੌਦੇ ਸਾਧ, ਨੂਰ ਮਹਿਲੀਏ, ਭਨਿਆਰੇ ਵਾਲੇ, ਆਸ਼ੂਤੋਸ਼, ਬੇਅਸੀਏ, ਦੂਜੇ ਤੀਜੇ ਜਿੰਨੇ ਪੰਜਾਬ 'ਚ ਤੁਸੀਂ ਉਹਨਾਂ ਨੂੰ ਭੰਡ ਰਹੇ ਹੋ, ਉਹ ਫਿਰ ਕਹਿਣਗੇ ਕਿ ਫਿਰ ਸਾਨੂੰ ਵੀ ਇਹ ਸੇਵਾ ਲਾ ਦਿਓ, ਅਸੀਂ ਵੀ ਪੰਥ ਵਿੱਚ ਸ਼ਾਮਲ ਹੋ ਜਾਈਏ। ਤਿੰਨ 328 ਸਰੂਪਾਂ ਦੀ ਗੱਲ ਹੁੰਦੀ ਹੈ, ਗਏ ਕਿੱਥੇ ਆਖਰ? ਕਿਵੇਂ ਖੁਰਦਬੁਰਦ ਤੁਸੀਂ ਕਹਿੰਦੇ ਹੋ, ਕਿਵੇਂ ਖੁਰਦਬੁਰਦ ਹੋ ਗਏ? ਪਰ ਜੇ ਇਹ ਕਹਿੰਦੇ ਆ ਵੀ ਖੁਰਦਬੁਰਦ ਨਹੀਂ ਹੋਏ ਤਾਂ ਫਿਰ ਗਏ ਕਿੱਥੇ ਆਖਰ? ਇਹੀ ਤਾਂ ਅਸੀਂ ਪੁੱਛਣਾ ਜੀ ਵੀ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਉਤਰਾਂ ਤੇ ਸਿੱਖ ਬੱਚਿਆਂ ਤੇ ਖਾਲਿਸਤਾਨ ਤੇ ਜੂਏ ਪੀਏ ਦੇ ਕੇਸ ਪਾਉਂਦੀ ਫਿਰਦੀ ਆ, ਝੂਠੇ ਬਣਾ ਕੇ। ਮਾੜਾ ਜਿਹਾ ਕੋਈ ਕਿਸੇ ਦਾ ਕੋਈ ਮੈਸੇਜ ਲੱਭ ਜਾਂਦਾ ਤੁਹਾਨੂੰ ਚੱਕ ਕੇ ਅੰਦਰ ਦੇ ਦਿੰਦੇ ਹੋ। ਆ ਹੁਣ 328 ਸਵਰੂਪ ਇਹਨਾਂ ਨੂੰ ਲੈ ਕੇ ਐਡਾ ਵੱਡਾ ਅਪਰਾਧੀਕਰਨ ਹੋਇਆ, ਤੁਸੀਂ ਉਹਨੂੰ ਬੜੇ ਠੰਡੇ ਬਸਤੇ 'ਚ ਪਾ ਕੇ ਬੈਠੇ ਹੋ ਤੇ ਹਲਕੇ 'ਚ ਲੈ ਰਹੇ ਹੋ ਕਿਉਂ? ਕੈਪਟਨ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਤੇ ਬਾਦਲ ਦਲੀਆਂ ਨੂੰ ਦਰਬਾਰ ਸਾਹਿਬ 'ਚੋਂ ਕੱਢਣ ਲਈ ਪੰਥਕ ਹੋਕਾ ਦਿੱਤਾ ਜਾ ਰਿਹਾ ਹੈ। ਮੈਂ ਇਹ ਕਹਿ ਰਿਹਾ ਕਿ ਇਹ ਜ਼ਿੰਮੇਵਾਰ ਬਾਦਲ ਨੇ, ਜਿਹੜਾ ਬਾਦਲ ਇਹ ਕਹਿ ਰਿਹਾ ਵੀ ਮੈਨੂੰ ਪੰਜਾਬ 'ਚ ਕੀੜੀ ਤੁਰੀ ਜਾਂਦੀ ਦਿਸਦੀ ਆ, ਇਸ ਬਾਦਲ ਨੂੰ ਫਿਰ ਇਹ ਵੀ ਪਤਾ ਸਰੂਪ ਕਿੱਥੇ ਗਏ ਆ, ਬਸ ਇਹ ਵੀ ਪੁੱਛਣੇ ਕੋਰਟ 'ਚ ਖੜ ਕੇ ਪੈਣ। ਸਰਕਾਰ ਨਾਲ ਕੀ ਰੋਸ ਹੈ? ਸਰਕਾਰ ਕੀ ਨਹੀਂ ਕਰ ਰਹੀ ਹੁਣ ਇਸ ਪੂਰੇ ਮਾਮਲੇ ਦੇ ਵਿੱਚ? ਉਹਨਾਂ ਦੀ ਰੋਸ ਇਹ ਆ ਵੀ ਤੂੰ ਗੁਰਬਾਣੀ ਦੀ ਪੋਥੀ ਫੜ ਕੇ ਕਹਿ ਰਿਹਾ ਮੈਂ ਦੋਸ਼ੀਆਂ ਨੂੰ ਸਜ਼ਾ ਦਊਂ, ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰੂੰ, ਮੈਂ ਇੱਥੋਂ ਦੀ ਪੌਣ ਪਾਣੀ ਧਰਤੀ ਦੀ ਰਾਖੀ ਕਰੂੰ। ਅੱਜ ਗੁਰਬਾਣੀ ਦੀ ਪੋਥੀ ਫੜ ਕੇ ਸਹੁੰ ਖਾਣ ਵਾਲਿਆ, ਤੂੰ ਮੁਰਦਾ ਹੈ ਕਿ ਮਰਦਾ ਹੈ, ਜਿਉਂਦਾ ਹੈ ਕਿ ਮਰ ਗਿਆ ਹੈ, ਬੰਦਾ ਹੈ ਕਿ ਖੁਸਰਾ ਹੈ? ਕਿ ਖੁਸਰੇ ਦੀ ਵੀ ਅਜੇ ਕਿਤੇ ਨਾ ਕਿਤੋਂ ਕਹਿੰਦਾ ਮੇਰੀ ਉਦਾਹਰਨ ਨਾ ਦਿਓ, ਮੈਂ ਜ਼ਬਾਨ ਦਾ ਪੱਕਾ। ਕੌਣ ਹੈ ਤੂੰ, ਦੱਸ ਨਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ। ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਰੋਸ ਸਿੱਖ ਸੰਗਤਾਂ ਦੇ ਵੱਲੋਂ ਪ੍ਰਗਟਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਹੀ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਜੀ ਵੀ ਪਿਛਲੇ 9 ਦਿਨਾਂ ਤੋਂ ਇੱਥੇ ਪੰਥਕ ਹੋਕਾ ਦੇ ਬੈਨਰ ਹੇਠ ਇਸ ਰੋਸ ਨੂੰ ਪ੍ਰਗਟਾ ਰਹੇ ਨੇ। ਸ਼ਬਦ ਕੀਰਤਨ ਲਗਾਤਾਰ ਚੱਲ ਰਿਹਾ। ਭਾਈ ਸਾਹਿਬ ਵਡਾਲਾ ਸਾਹਿਬ ਸਾਡੇ ਨਾਲ ਨੇ। ਭਾਈ ਸਾਹਿਬ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਡਾਲਾ ਸਾਹਿਬ, ਅੱਜ ਕਈ ਦਿਨ ਬੀਤ ਚੁੱਕੇ ਨੇ, ਤੁਸੀਂ ਲਗਾਤਾਰ ਸੰਘਰਸ਼ ਕਹਿ ਲਈਏ ਇਹਨੂੰ, ਰੋਸ ਕਹਿ ਲਈਏ ਇਹਨੂੰ, ਚਾਹੇ ਗੁਰੂ ਦੇ ਜੋ ਬੇਅਦਬੀ ਕਹਿ ਸਕਦਾ ਮੈਂ, ਬੜੇ ਸਵਾਲ ਹੀ ਇਹ ਦੁੱਖ ਵਾਲਾ ਹੈ ਵੀ ਸਾਡੇ ਗੁਰੂ ਦੇ ਸਰੂਪ ਗੁੰਮ ਹੋ ਗਏ।
ਹਿਰਦੇ ਵਲੂੰਦਰਦੇ ਨੇ। ਤੁਸੀਂ ਕਿੱਦਾਂ ਦੇਖ ਰਹੇ ਹੋ? ਅੱਜ 9 ਦਿਨ ਹੋ ਗਏ, ਕੋਈ ਅਸਰ ਹੁੰਦਾ ਨਜ਼ਰ ਆ ਰਿਹਾ ਸ਼੍ਰੋਮਣੀ ਕਮੇਟੀ ਤੇ? ਪਿਛਲੇ 9 ਦਿਨਾਂ, ਅੱਜ 9ਵਾਂ ਦਿਨ ਆ ਤੇ 4 ਨਵੰਬਰ ਤੋਂ ਅਰਦਾਸ ਕਰਕੇ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੁਭਾਨਾ ਬਾਬਾ ਫੌਜਾ ਸਿੰਘ ਜੀ ਸਮੁੱਚੀਆਂ ਸੰਗਤਾਂ ਵੱਲੋਂ ਇਹ ਪੰਥਕ ਹੋਕਾ ਦਿੱਤਾ ਜਾ ਰਿਹਾ। 328 ਸਵਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਕੋੜਮੇ ਵੱਲੋਂ ਖੁਰਦ ਬੁਰਦ ਕੀਤੇ ਗਏ ਨੇ, ਜਾਂ ਉਹ ਜਿਨ੍ਹਾਂ ਲੋਕਾਂ ਨੂੰ ਕੀੜੀ ਤੁਰੀ ਜਾਂਦੀ ਦਿਸਦੀ ਆ ਪੰਜਾਬ ਵਿੱਚ, ਉਹ ਇਹਨਾਂ ਨੂੰ ਦਿਸੇ ਨਹੀਂ। ਉਹਦੇ ਪਿੱਛੇ ਕੀ ਕਹਾਣੀ ਆ, ਉਹਨੂੰ ਜਾਣਨ ਲਈ ਸਿੱਖ ਸੰਗਤਾਂ ਨੇ ਇੱਕ ਮੋਰਚਾ ਲਾਇਆ, ਜਿਹਨੂੰ ਇਹਨਾਂ ਨੇ ਆਪਣੇ ਮਹੰਤ ਜਿਹੜਾ ਗੁੰਡਾ ਬ੍ਰਿਗੇਡ ਸੀ ਉਹਨੂੰ ਅੱਗੇ ਲਾ ਕੇ ਟਾਸਕ ਫੋਰਸ ਸਬਕ ਸਿਖਾਊ ਮਹਿਕਮਾ ਨੂੰ ਪੰਜਾਬੀ 'ਚ ਕਵਾਂਗੇ, ਉਹਦੇ ਰਾਹੀਂ ਉਹਨਾਂ ਨੇ ਉਹਨਾਂ ਦੀ ਵੱਢ ਫੱਟ ਕੁੱਟਮਾਰ ਕੀਤੀ। ਬੀਬੀਆਂ ਨੂੰ, ਬੱਚਿਆਂ ਨੂੰ ਬਖਸ਼ਿਆ ਤੱਕ ਨਹੀਂ, ਬਜ਼ੁਰਗਾਂ ਨੂੰ, ਔਰ ਘਟੀਆ ਕਿਸਮ ਦੇ ਸ਼ਬਦ ਵਰਤੇ। ਇਕੱਲਾ ਬੰਦਾ ਵੀ ਉਹ ਸ਼ਬਦ ਵਰਤੇ ਕਿਤੇ ਸਾਹਮਣੇ ਆ ਜਾਏ ਉਹਨੂੰ ਸ਼ਰਮ ਆਉਂਦੀ ਹੈ। ਇਹਨਾਂ ਲੋਕਾਂ ਨੇ ਉਹ ਵਰਤੇ, ਕਹਿ ਲਈਏ ਕਿ ਮਹੰਤਾਂ ਦਾ ਜਿਹੜਾ ਦੁਬਾਰੇ ਸੀ ਦ੍ਰਿਸ਼ ਇਹਨਾਂ ਨੇ ਵਿਖਾਇਆ ਕਿ ਅਸੀਂ ਅਜੇ ਵੀ ਹੈਗੇ ਹਾਂ ਉਹਨਾਂ ਦੇ ਵਾਰਸ, ਔਰ ਉਹਨੂੰ ਤਾਰ-ਪੀੜ ਕਰ ਦਿੱਤਾ ਗਿਆ। ਜਿਹਦੀ ਮੁੜ ਬਹਾਲੀ ਲਈ, ਤਰਜਮਾਨੀ ਲਈ, ਉਸ ਨੂੰ ਜਿਉਂਦਾ ਰੱਖਣ ਲਈ ਇੱਕ ਪੰਥਕ ਹੋਕੇ ਦੇ ਰੂਪ ਵਿੱਚ ਅਸੀਂ ਆ ਪਿਛਲੇ 9 ਦਿਨਾਂ ਤੋਂ ਸ਼ੁਰੂਆਤ ਕੀਤੀ ਆ। ਤੇ ਗੁਰੂ ਕਿਰਪਾ ਕਰੇ, ਸਤਿਗੁਰੂ ਬਖਸ਼ਿਸ਼ ਕਰੇ, ਜਿੱਥੇ ਉਹ ਕਿਸਾਨਾਂ ਦੀ ਅਰਦਾਸ ਕਰਦੇ ਆ, ਬੰਦੀ ਸਿੰਘਾਂ ਦੀ ਅਰਦਾਸ ਕਰਦੇ ਆ, ਮਹਾਮਾਰੀ ਤੋਂ ਨਿਜਾਤ ਲਈ ਅਰਦਾਸ ਕਰਦੇ ਆ, ਗੁਰੂ ਧਾਮਾਂ ਦੀ ਬਹਾਲੀ ਦੀ ਅਰਦਾਸ ਕਰਦੇ ਆ, ਔਰ ਉਹਨਾਂ ਦੀ ਸਿਹਤ ਜਾਬੀ ਦੀ ਅਰਦਾਸ ਕਰਦੇ ਆ ਜਿਨ੍ਹਾਂ ਵੀਰਾਂ ਨੂੰ ਸੱਟਾਂ ਲੱਗੀਆਂ, ਮਾਤਾਵਾਂ ਭੈਣਾਂ ਨੂੰ। ਔਰ ਉਸ ਗੱਲ ਦੀ ਵੀ ਨਿਖੇਧੀ ਕਰਦੇ ਕਿ ਪੱਤਰਕਾਰ ਵੀਰਾਂ ਦੇ ਕੈਮਰੇ ਭੰਨੇ ਗਏ, ਚਪੇੜਾਂ ਮਾਰੀਆਂ ਗਈਆਂ ਉਹਨਾਂ ਨੂੰ, ਕਿਉਂਕਿ ਤੁਸੀਂ ਇਸ ਖਬਰ ਨੂੰ ਬਾਹਰ ਕਿਉਂ ਲਿਜਾਓਗੇ। ਔਰ ਮੈਨੂੰ ਵੀ ਦਰਬਾਰ ਸਾਹਿਬ ਤੋਂ ਕੱਢਣ ਦਾ ਕਾਰਨ ਇਹੀ ਸੀ ਕਿ ਇੱਕ ਖਬਰ ਮੈਂ ਵੀ ਸੰਗਤ ਨੂੰ ਦੱਸੀ ਸੀ 2015 ਦੇ ਵਿੱਚ, ਜਦੋਂ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਕੋੜਮੇ ਦੇ 6 ਮੁਲਾਜ਼ਮ ਗੁਰਦੁਆਰੇ 'ਚ ਨੇ, ਬਾਬਾ ਗੁਰਦਿੱਤਾ ਜੀਆਂ ਦਾ ਸਥਾਨ ਅਨੰਦਪੁਰ ਸਾਹਿਬ, ਔਰ 6 ਦੇ 6 ਬੰਦੇ ਗੁਰਦੁਆਰੇ 'ਚ ਮੀਟ ਖਾਂਦੇ ਨੇ, ਸ਼ਰਾਬ ਪੀਂਦੇ ਨੇ। ਉਸ ਤਰ੍ਹਾਂ ਹੀ ਜਾ ਕੇ ਉਹ ਤਾਬਿਆ ਬੈਠ ਕੇ ਉਲਟੀਆਂ ਮਹਾਰਾਜ ਜੀ ਦੇ ਸਰੂਪ ਤੇ ਕਰਦੇ ਆ। ਉਹ ਸਰੂਪ ਕਿੱਥੇ ਆ, ਕੀ ਬਣਿਆ, ਉਸ ਕੇਸ ਦਾ ਕਿਵੇਂ ਆ, ਉਹ ਅਸੀਂ ਸਿੱਖ ਸੰਗਤ ਨੂੰ ਕਿਉਂ ਦੱਸਿਆ, ਉਹਦੀ ਸਜ਼ਾ ਮੈਨੂੰ ਇਹ ਦਿੱਤੀ ਗਈ ਕਿ ਦਰਬਾਰ ਸਾਹਿਬ 'ਚੋਂ ਬਾਹਰ ਕੱਢ ਦਿਓ, ਪਰ ਮੇਰੇ ਅੰਦਰੋਂ ਦਰਬਾਰ ਸਾਹਿਬ ਤੁਸੀਂ ਨਹੀਂ ਕੱਢ ਸਕਦੇ। ਔਰ ਮਹੰਤਾਂ ਨੇ 100 ਸਾਲ ਪਹਿਲਾਂ ਸਿੱਖਾਂ ਦੀ ਤਰਜਮਾਨੀ ਕਰਨ ਵਾਲੇ, ਇਹਨਾਂ ਮਹੰਤਾਂ ਦੀਆਂ ਕੁਰੀਤੀਆਂ ਨੂੰ ਬਾਹਰ ਰੱਖਣ ਵਾਲਾ ਇੱਕ ਪੱਤਰਕਾਰ ਜਿਹਨੂੰ ਅੱਜ ਅਸੀਂ ਕਹਿ ਦਿੰਦੇ ਹਾਂ, ਉਸ ਵਕਤ ਉਹ ਸਿੱਖਾਂ ਦੀ ਸਾਰੀ ਉਹ ਗੁਪਤਚਰ ਰਿਪੋਰਟ ਰੱਖਦਾ ਸੀਗਾ, ਉਹਨੂੰ ਵੀ ਇਹਨਾਂ ਨੇ ਜਿਉਂਦਾ ਸਾੜਿਆ ਸੀ ਜੀ। ਅੱਜ ਉਹ ਤੁਹਾਡੇ ਕੈਮਰੇ ਭੰਨੇ ਆ, ਉਹਦੀ ਵੀ ਨਿਖੇਧੀ ਕਰਦੇ ਹਾਂ। ਔਰ ਪੰਥਕ ਹੋਕਾ ਦੇ ਰਹੇ ਹਾਂ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ, ਕਿਉਂਕਿ ਸਾਡਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਦਲਾਂ ਦੇ ਕੁੰਡੇ ਹੇਠੋਂ ਕੱਢਣਾ, ਨਾ ਕਿ ਇਹਨਾਂ ਤੋਂ ਇਸਤਾਫੇ ਦੀ ਮੰਗ ਕਰਨੀ। ਕਿਉਂਕਿ ਜਿਹੜੇ ਆਪ ਹੀ ਕੋਲੂ ਦੀ ਗੰਦੀ ਲੀਰ ਬਣ ਗਏ ਹੋਣ, ਇਸ ਗੰਦੀ ਲੀਰ ਨੂੰ ਸੁੱਟਿਆ, ਬਦਲਿਆ, ਸਾੜਿਆ ਜਾ ਸਕਦਾ ਹੈ, ਪਰ ਜੇ ਤੁਸੀਂ ਕਹੋ ਕਿ ਇਹਨੂੰ ਵਰਤਿਆ ਜਾ ਸਕਦਾ ਹੈ, ਬਿਲਕੁਲ ਗਲਤ ਹੈ। ਮੈਂ ਤੁਹਾਡੀਆਂ ਵੀ ਮੰਗਾਂ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਲਿਖਿਆ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੇ ਉਹਨਾਂ ਦੇ ਨਾਮ ਜਨਤਕ ਹੋਣੇ ਚਾਹੀਦੇ ਨੇ, ਪਰ ਐਸਜੀਪੀਸੀ ਤਾਂ ਕਹਿੰਦੀ ਹੈ ਵੀ ਅਸੀਂ ਕਾਰਵਾਈ ਕਰ ਦਿੱਤੀ ਜੋ ਕਰਨੀ ਸੀਗੀ। ਉਹਦੀ ਰਿਪੋਰਟ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਈ ਆ, ਆਪਣੀ ਅਧਿਕਾਰਕ ਵੈਬਸਾਈਟ ਉਹਦੇ ਉੱਤੇ ਵੀ ਪਾ ਦਿੱਤੀ, ਕਹਿੰਦੇ ਕਾਰਵਾਈ ਤਾਂ ਕਰ ਦਿੱਤੀ ਅਸੀਂ। ਫਿਰ ਤੁਸੀਂ ਕਿਹੜੀ ਕਾਰਵਾਈ ਦੀ ਮੰਗ ਕਰ ਰਹੇ ਹੋ? ਫਿਰ ਇੱਕ ਵਾਰੀ ਹੋਰ ਜਾਇਓ ਇਹਨਾਂ ਮਹੰਤਾਂ ਦੇ ਕੋਲੇ, ਲੌਂਗੋਵਾਲ ਮਹੰਤ ਕੋਲੇ ਵੀ ਜਾਇਓ, ਤੇ ਆ ਜਿਹੜਾ ਜਥੇਦਾਰ ਮਹੰਤ ਲਾਇਆ ਉਹਦੇ ਕੋਲੇ ਵੀ ਜਾਇਓ, ਵੀ ਜੇ ਤੂੰ ਇਹ ਕਾਰਵਾਈ ਕਰ ਦਿੱਤੀ ਆ ਝਾੜੂ ਮਰਵਾ ਕੇ, ਭਾਂਡੇ ਮਜਵਾ ਕੇ, ਤੇ ਫਿਰ ਸੌਦੇ ਸਾਧ, ਨੂਰ ਮਹਿਲੀਏ, ਭਨਿਆਰੇ ਵਾਲੇ, ਆਸ਼ੂਤੋਸ਼, ਬਿਆਸੀਏ, ਦੂਜੇ ਤੀਜੇ ਜਿੰਨੇ ਪੰਜਾਬ 'ਚ ਤੁਸੀਂ ਉਹਨਾਂ ਨੂੰ ਭੰਡ ਰਹੇ ਹੋ, ਉਹ ਫਿਰ ਕਹਿਣਗੇ ਵੀ ਫਿਰ ਸਾਨੂੰ ਵੀ ਇਹ ਸੇਵਾ ਲਾ ਦਿਓ, ਅਸੀਂ ਵੀ ਪੰਥ ਵਿੱਚ ਸ਼ਾਮਲ ਹੋ ਜਾਈਏ। ਜਾਂ ਤਾਂ ਜਿਨ੍ਹਾਂ ਤੇ 295 ਏ ਦੀਆਂ ਧਾਰਾਵਾਂ ਲਾ ਕੇ ਜੇਲ੍ਹਾਂ 'ਚ ਘੱਲੇ ਨੇ, ਉਹਨਾਂ ਨੂੰ ਵੀ ਵਾਪਸ ਲਿਆ ਕੇ ਝਾੜੂ ਮਰਵਾ ਲਓ, ਤੇ ਜਾਂ ਫਿਰ ਇਸ ਕੋੜਮੇ ਨੂੰ ਉੱਥੇ ਭੇਜ ਦਿਓ। ਇਨਸਾਫ ਤਾਂ ਹੋਊ ਨਾ। ਤੇ ਜੇ ਤੁਸੀਂ ਜਦੋਂ ਤੁਹਾਡੀ ਵਾਰੀ ਆਈ ਉਦੋਂ ਝਾੜੂ ਵੱਜੂ, ਜਦੋਂ ਸਾਡੀ ਵਾਰੀ ਆਈ ਉਦੋਂ ਪੁਲਿਸ ਕੇਸ ਹੋਊ, ਇਹ ਦੋਗਲਾਪਨ ਕਿਉਂ? ਇਸ ਲਈ ਇਹ ਗੱਲ ਹਜਮ ਨਹੀਂ ਹੁੰਦੀ। ਔਰ ਜੇ ਇਹਨਾਂ ਜਥੇਦਾਰਾਂ ਨੂੰ ਵੀ ਪੁੱਛਿਓ ਜਿਹੜੇ ਬਾਦਲਾਂ ਦੇ ਲਾਏ ਹੋਏ ਨੇ, ਵੀ ਸੌਦੇ ਸਾਧ ਨੇ ਤਾਂ ਕੱਲਾ ਲਿਵਾਸ ਹੀ ਪਾਇਆ ਸੀ, ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਤੇ ਉਸ ਵਕਤ ਉਹਨੇ ਨਹੀਂ ਕੀਤੀ, ਉਹਨੂੰ ਵੀ ਬੁਲਾ ਕੇ ਫਕਰੇ ਕੌਮ ਦੇ ਦਿਓ ਨਾ ਫਿਰ, ਕਿਉਂਕਿ ਬਾਦਲ ਨੂੰ ਤੁਸੀਂ ਦਿੱਤਾ ਹੋਇਆ। ਬਾਦਲ ਕੋੜਮੇ ਨੂੰ ਜੇ ਫਕਰੇ ਕੌਮ ਦਿੱਤਾ ਜਾ ਸਕਦਾ ਹੈ ਤੇ ਫਿਰ ਭਨਿਆਰੇ ਵਾਲੇ ਨੂੰ ਵੀ ਦਿਓ, ਨੂਰ ਮਹਿਲੀਏ ਨੂੰ ਵੀ ਦਿਓ, ਬਿਆਸੀਏ ਨੂੰ ਵੀ ਦਿਓ, ਨਾਮਧਾਰੀਆਂ ਨੂੰ ਵੀ ਦਿਓ, ਫਿਰ ਆ ਜਿਹੜਾ ਸੌਦਾ ਸਾਧ ਸੀ ਉਹਨੂੰ ਵੀ ਦਿਓ। ਕਿਉਂਕਿ ਜਿੰਨਾ ਗੁਨਾਹ ਬਾਦਲ ਟੱਬਰ ਨੇ ਕੀਤਾ ਆ,
ਓਨੇ ਗੁਨਾਹ ਫਿਰ ਉਹਨਾਂ ਨਹੀਂ ਕੀਤੇ, ਇਹਨਾਂ ਨੇ ਸਭ ਤੋਂ ਵੱਧ ਕੀਤੇ। ਉਹਨਾਂ ਦੁਸ਼ਮਣ ਬਣ ਕੇ ਕੀਤੇ ਹੋਣਗੇ, ਇਹਨਾਂ ਪੰਥਕ ਬਣ ਕੇ ਕੀਤੇ ਨੇ। ਇਸ ਲਈ ਇਹ ਨਾ ਬਖਸ਼ਣਯੋਗ ਨੇ, ਨਾ ਭੁੱਲਣਯੋਗ ਨੇ, ਨਾ ਛੱਡਣਯੋਗ ਨੇ ਤੇ ਨਾ ਰੱਖਣਯੋਗ ਨੇ। ਇਹ ਤਾਂ ਕੱਢਣੇ ਪੈਣੇ ਨੇ ਗੁਰੂ ਘਰਾਂ। ਤੁਸੀਂ ਵੀ ਲਗਾਤਾਰ ਇਸ ਮੁੱਦੇ ਦੇ ਨਾਲ ਜੁੜੇ ਪਏ ਹੋ। ਗੁਰੂ ਮਹਾਰਾਜ ਦਾ ਮੁੱਦਾ ਹੈ, ਹਰ ਸਿੱਖ ਦਾ ਫਰਜ਼ ਬਣਦਾ, ਹਰ ਧਰਮ ਦੇ, ਹਰ ਜਾਤੀ ਦੇ ਬੰਦੇ ਨੂੰ ਦੁੱਖ ਹੈ ਵੀ ਗੁਰੂ ਸਾਹਿਬ ਸਾਨੂੰ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਂਦੇ ਨੇ। ਅੱਜ ਅਸੀਂ ਸਰੂਪ ਹੀ ਗਵਾਤੇ। ਬੜੀ ਮੰਦਭਾਗੀ ਘਟਨਾ ਮੈਂ ਮੰਨਦਾ ਇਸ ਚੀਜ਼ ਨੂੰ, ਪਰ ਇਹ 328 ਸਰੂਪਾਂ ਦੀ ਗੱਲ ਹੁੰਦੀ ਹੈ, ਗਏ ਕਿੱਥੇ ਆਖਰ? ਕਿਵੇਂ ਖੁਰਦਬੁਰਦ ਤੁਸੀਂ ਕਹਿੰਦੇ ਹੋ, ਕਿਵੇਂ ਖੁਰਦਬੁਰਦ ਹੋ ਗਏ? ਪਰ ਜੇ ਇਹ ਕਹਿੰਦੇ ਆ ਵੀ ਖੁਰਦਬੁਰਦ ਨਹੀਂ ਹੋਏ ਤਾਂ ਫਿਰ ਗਏ ਕਿੱਥੇ ਆਖਰ? ਇਹੀ ਤਾਂ ਅਸੀਂ ਪੁੱਛਣਾ ਹੈ ਜੀ ਵੀ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਉਤਰਾਂ ਤੇ ਸਿੱਖ ਬੱਚਿਆਂ ਤੇ ਖਾਲਿਸਤਾਨ ਤੇ ਜੂਏ ਪੀਏ ਦੇ ਕੇਸ ਪਾਉਂਦੀ ਫਿਰਦੀ ਆ, ਝੂਠੇ ਬਣਾ ਕੇ। ਮਾੜਾ ਜਿਹਾ ਕੋਈ ਕਿਸੇ ਦਾ ਕੋਈ ਮੈਸੇਜ ਲੱਭ ਜਾਂਦਾ, ਤੁਹਾਨੂੰ ਚੱਕ ਕੇ ਅੰਦਰ ਦੇ ਦਿੰਦੇ ਹੋ। ਆ ਹੁਣ 328 ਸਵਰੂਪ ਇਹਨਾਂ ਨੂੰ ਲੈ ਕੇ ਐਡਾ ਵੱਡਾ ਅਪਰਾਧੀਕਰਨ ਹੋਇਆ। ਤੁਸੀਂ ਉਹਨੂੰ ਬੜੇ ਠੰਡੇ ਬਸਤੇ 'ਚ ਪਾ ਕੇ ਬੈਠੇ ਹੋ ਤੇ ਹਲਕੇ 'ਚ ਲੈ ਰਹੇ ਹੋ। ਕਿਉਂ? ਕੈਪਟਨ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਤੇ ਬਾਦਲ ਦਲੀਆਂ ਨੂੰ ਦਰਬਾਰ ਸਾਹਿਬ 'ਚੋਂ ਕੱਢਣ ਲਈ ਇਹ ਪੰਥਕ ਹੋਕਾ ਦਿੱਤਾ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਅਸੀਂ ਹੋਕਾ ਦੇ ਰਹੇ ਹਾਂ ਕਿ ਇਹਦੀ FIR ਦਰਜ ਕਰੇ। ਜਿਸ ਦਿਨ ਇਹ FIR ਦਰਜ ਹੋ ਜਾਂਦੀ ਹੈ, ਕੋਰਟ ਨੇ ਇਸ ਖਿੱਦੋ ਨੂੰ ਆਪੇ ਖਿਲਾਰ ਦੇਣਾ ਹੈ ਔਰ ਇਹਨਾਂ ਨੂੰ ਕੋਰਟ 'ਚ ਜਾ ਕੇ ਦੱਸਣਾ ਪੈਣਾ ਹੈ ਉਹ ਸਰੂਪ ਕਿੱਥੇ ਸੀ, ਕਿੱਥੇ ਗਏ ਤੇ ਦੋਸ਼ੀ ਕੌਣ ਸੀ। ਕਿਉਂਕਿ ਹੁਣ ਤੱਕ ਇਹਨਾਂ ਨੇ ਦੋਸ਼ੀ ਬਚਾ ਲਿਆ ਤੇ ਕਰਿੰਦੇ ਕਟਾ ਦਿੱਤੇ। ਥੱਲੇ ਵਾਲੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕੁੱਟ ਲਿਆ। ਤੁਹਾਨੂੰ ਕੀ ਲੱਗਦਾ ਕੌਣ ਨੇ ਦੋਸ਼ੀ ਫਿਰ ਅਸਲੀ? ਦੋਸ਼ੀ ਅਸਲੀ ਬਾਦਲ ਕੋੜਮਾ, ਬਾਦਲ ਟੱਬਰ। ਕਿਉਂਕਿ ਕਬਜ਼ਾ ਦਾ ਕਿਉਂ ਲੱਗਦਾ ਤੁਹਾਨੂੰ? ਹਾਂਜੀ, ਇਦਾਂ ਕਿਉਂ ਲੱਗਦਾ? ਇਦਾਂ ਤਾਂ ਲੱਗਦਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਟੱਬਰ ਚਲਾ ਰਿਹਾ ਜੀ। ਅਕਾਲ ਤਖਤ ਸਾਹਿਬ ਇਹਨਾਂ ਦੇ ਕਬਜ਼ੇ 'ਚ ਹੈ, ਤਖਤਾਂ ਦੇ ਜਥੇਦਾਰ ਬੁੱਚ ਪਾਈ ਫਿਰਦੇ ਨੇ ਔਰ ਹੁਕਮਨਾਮੇ ਅਕਾਲ ਤਖਤ ਤੋਂ ਥੋੜੀ ਜਾਰੀ ਹੁੰਦੇ ਨੇ। ਇਹ ਬਾਦਲ ਟੱਬਰ ਦੇ ਚੰਡੀਗੜ੍ਹ ਤੋਂ ਬਣ ਕੇ ਆਉਂਦੇ ਨੇ, ਇੱਥੋਂ ਤਾਂ ਸਿਰਫ ਸੁਣਾਏ ਜਾਂਦੇ ਨੇ ਔਰ ਇਸ ਲਈ ਇਹ ਜ਼ਿੰਮੇਵਾਰ ਲੋਕ ਨੇ। ਔਰ ਇਹਨਾਂ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਗੋਲੀਆਂ ਮਾਰੀਆਂ ਸਾਡੇ ਬੱਚਿਆਂ ਨੂੰ, ਇਹਨਾਂ ਲੋਕਾਂ ਨੇ ਮਾਰੀਆਂ। ਬਰਗਾੜੀ 'ਚ ਕੀ ਕਸੂਰ ਸੀ? ਇੱਥੇ ਕੀ ਕਸੂਰ ਸੀ ਸਿੱਖਾਂ ਦਾ? ਇਸ ਲਈ FIR ਦਰਜ ਕਰਾਉਣ ਲਈ ਬੈਠੇ ਆ ਤੇ ਜਿੰਨਾ ਚਿਰ ਇਹ ਕਰਦੇ ਨਹੀਂ ਅਸੀਂ ਜਾਣ ਵਾਲੇ ਨਹੀਂ ਆ। ਜਿਸ ਦਿਨ FIR ਦਰਜ ਹੋ ਗਈ ਉਸ ਦਿਨ ਦੋਸ਼ੀ ਵੀ ਸਾਹਮਣੇ ਆਉਣਗੇ। ਗੁਰੂ ਸਾਹਿਬ ਦੇ ਸਰੂਪ ਕਿੱਥੇ ਨੇ ਉਹ ਵੀ ਪਤਾ ਲੱਗ ਜਾਊਗਾ ਔਰ ਆਉਣ ਵਾਲਾ ਜਿਹੜਾ ਵਾ ਭਵਿੱਖੋ ਵੀ ਠੀਕ ਹੋਊ। ਬੀਤੇ ਦਿਨੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਇੱਕ ਬਿਆਨ ਦਿੱਤਾ ਹੈ, ਕਹਿੰਦੇ ਜਿਹੜੇ 328 ਸਰੂਪ ਨੇ ਇਹ ਰਾਮ ਰਹੀਮ ਤੇ ਡੇਰੇ ਤੇ ਗਏ ਨੇ। ਤੁਸੀਂ ਕਿੱਦਾਂ ਦੇਖਦੇ ਹੋ ਇਸ ਬਿਆਨ ਨੂੰ? ਉਹ ਉਹਨਾਂ ਨੂੰ ਪਤਾ ਹੋਊਗਾ ਜੀ, ਕਿਉਂਕਿ ਉਹਨਾਂ ਨੇ ਗੱਲ ਕਹੀ ਆ। ਮੈਂ ਇਹ ਕਹਿ ਰਿਹਾ ਕਿ ਇਹ ਜ਼ਿੰਮੇਵਾਰ ਬਾਦਲ ਨੇ। ਜਿਹੜਾ ਬਾਦਲ ਇਹ ਕਹਿ ਰਿਹਾ ਵੀ ਮੈਨੂੰ ਪੰਜਾਬ 'ਚ ਕੀੜੀ ਤੁਰੀ ਜਾਂਦੀ ਦਿਸਦੀ ਆ, ਇਸ ਬਾਦਲ ਨੂੰ ਫਿਰ ਇਹ ਵੀ ਪਤਾ ਸਰੂਪ ਕਿੱਥੇ ਗਏ ਆ। ਬਸ ਇਹ ਵੀ ਪੁੱਛਣੇ ਕੋਰਟ 'ਚ ਖੜ ਕੇ ਪੈਣਗੇ। ਪਰ ਉਹ ਕਿਉਂ ਨਹੀਂ ਕਰ ਰਹੇ? ਉਹ ਤਾਂ ਆਪਾਂ ਇਹ ਵੀ ਸੁਣਦੇ ਹਾਂ ਅਕਸਰ ਟੀਵੀਆਂ ਚੈਨਲਾਂ ਦੇ ਉੱਤੇ ਵੀ ਦੇਖਦੇ ਹਾਂ ਵੀ ਬਾਦਲ ਪਰਿਵਾਰ ਹਰ ਮਹੀਨੇ ਦਰਬਾਰ ਸਾਹਿਬ ਝੁਕਦਾ ਹੈ, ਆ ਕੇ ਇੱਥੇ ਅਖੰਡ ਪਾਠ ਸਾਹਿਬ ਰਖਵਾਉਂਦੇ ਨੇ, ਹਰ ਮਹੀਨੇ ਅਰਦਾਸਾਂ ਕਰਦੇ ਨੇ। ਫਿਰ ਉਹ ਆਪਣੇ ਗੁਰੂ ਦੇ ਨਾਲ ਇਦਾਂ ਕਿਉਂ ਕਰਨਗੇ? ਤੁਹਾਨੂੰ ਕਿਉਂ ਲੱਗਦਾ? ਉਹ ਚੰਦਾ ਵੀ ਦੇਤੇ हैं, मैं खाने में भी जाते हैं, खुदा भी राजी रहे, शैतान भी नाराज ना हो। ये दोगली नीति है। ਉਹ ਤਾਂ ਕਰਦੇ। ਸਰਕਾਰ ਨਾਲ ਕੀ ਰੋਸ ਹੈ? ਸਰਕਾਰ ਕੀ ਨਹੀਂ ਕਰ ਰਹੀ ਹੁਣ ਇਸ ਪੂਰੇ ਮਾਮਲੇ ਦੇ ਵਿੱਚ? ਸਰਕਾਰ ਨਾਲ ਇਹ ਰੋਸ ਹੈ ਕਿ ਕੈਪਟਨ ਦੇ ਜਿਹੜਾ ਪਰਿਵਾਰ ਆ, ਟੱਬਰ ਆ ਕੈਪਟਨ ਸਾਹਿਬ ਦਾ, ਇਹਨਾਂ ਦਾ ਪਿਛੋਕੜ ਢਿੱਡ ਵਜਾ ਕੇ ਗੁਰੂ ਸਾਹਿਬਾਂ ਨੇ ਇਹਨਾਂ ਨੂੰ ਰਾਜ ਦਿੱਤਾ। ਇਹ ਢਿੱਡ ਵਜਾਉਂਦੇ ਫਿਰਦੇ ਸੀ ਭੁੱਖੇ ਭਾਣੇ ਤੇ ਗੁਰੂ ਦੀ ਚਰਨ ਸ਼ਰਨ ਚ ਆਏ, ਇਹਨਾਂ ਨੂੰ ਰਾਜ ਭਾਗ ਮਿਲਿਆ। ਉਹਨਾਂ ਦੀ ਰੋਸ ਇਹ ਆ ਵੀ ਤੂੰ ਗੁਰਬਾਣੀ ਦੀ ਪੋਥੀ ਫੜ ਕੇ ਕਹਿ ਰਿਹਾ ਮੈਂ ਦੋਸ਼ੀਆਂ ਨੂੰ ਸਜ਼ਾ ਦਊਂ, ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰੂੰ, ਮੈਂ ਇੱਥੋਂ ਦੀ ਪੌਣ ਪਾਣੀ ਧਰਤੀ ਦੀ ਰਾਖੀ ਕਰੂੰ। ਅੱਜ ਗੁਰਬਾਣੀ ਦੀ ਪੋਥੀ ਫੜ ਕੇ ਸਹੁੰ ਖਾਣ ਵਾਲਿਆ, ਤੂੰ ਮੁਰਦਾ ਹੈ ਕਿ ਮਰਦਾ ਹੈ, ਜਿਉਂਦਾ ਹੈ ਕਿ ਮਰ ਗਿਆ ਹੈ, ਬੰਦਾ ਹੈ ਕਿ ਖੁਸਰਾ ਹੈ? ਕਿ ਖੁਸਰੇ ਦੀ ਵੀ ਅਜੇ ਕਿਤੇ ਨਾ ਕਿਤੋਂ ਕਹਿੰਦਾ ਮੇਰੀ ਉਦਾਹਰਨ ਨਾ ਦਿਓ, ਮੈਂ ਜ਼ਬਾਨ ਦਾ ਪੱਕਾ ਹੈ। ਕੌਣ ਹੈ ਤੂੰ? ਦੱਸ ਨਾ। ਵੀ ਐਡਾ ਵੱਡਾ ਤੂੰ ਇੱਕ ਬੰਨੇ ਗੁਰੂ ਗ੍ਰੰਥ ਸਾਹਿਬ ਦਾ ਘਰੇ ਪ੍ਰਕਾਸ਼ ਕਰੀ ਬੈਠਾ ਹੈ, ਦੂਜੇ ਬੰਨੇ ਤੂੰ ਮੁਕੱਦਮਾ ਦਰਜ ਨਹੀਂ ਕਰਦਾ। ਤੂੰ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਕਿ ਬਾਦਲ ਟੱਬਰ ਦਾ ਸਿੱਖ ਹੈ? ਤੁਹਾਨੂੰ ਰਾਜ ਬਾਦਲ ਕੋੜਮੇ ਨੇ ਦਿੱਤਾ ਸੀ ਕਿ ਗੁਰੂ ਸਾਹਿਬ ਨੇ ਦਿੱਤਾ ਸੀ? ਉਹਨਾਂ ਦੀ ਜ਼ਮੀਰ ਜਗਾਉਣ ਲਈ ਇੱਥੇ ਅਸੀਂ ਵਾਰ-ਵਾਰ ਹੋਕਾ ਦਿੰਦੇ ਹਾਂ ਕਿ ਸ਼ਾਇਦ ਇਹਨੂੰ ਆਪਣੇ ਵੱਡਿਆਂ ਨੂੰ ਪੜ੍ਹ ਕੇ ਇਹਦੀ ਜ਼ਮੀਰ ਜਾਗ ਪਵੇ, ਇਹ ਬਾਦਲਾਂ ਦੀ ਜਗ੍ਹਾ ਗੁਰੂ ਦਾ ਸਿੱਖ ਬਣ ਕੇ ਤੇ ਮੁਕੱਦਮਾ ਦਰਜ ਕਰੇ ਤੇ ਦੋਸ਼ੀਆਂ ਨੂੰ ਜੇਲ੍ਹਾਂ 'ਚ ਦੇਵੇ। ਭਾਈ ਸਾਹਿਬ, ਜਿਸ ਤਰੀਕੇ ਦੇ ਨਾਲ ਇਹ ਸੈਂਸਿਟਿਵ ਮੁੱਦਾ ਸੀਗਾ, ਗੁਰੂ ਦੇ ਨਾਲ ਜੁੜਿਆ ਮੁੱਦਾ ਸੀਗਾ, ਲੱਗਦਾ ਨਹੀਂ ਵੀ ਜਿੱਥੇ ਇੱਕ ਯੁੱਟ ਹੋਣ ਦੀ ਜ਼ਰੂਰਤ ਸੀਗੀ, ਅੱਜ ਉੱਥੇ ਸਿੱਖ ਕੌਮ ਦੇ ਵਿੱਚ ਧੜੇ ਬਣ ਗਏ ਨੇ, ਵੰਡੀਆਂ ਪੈ ਗਈਆਂ ਨੇ, ਦਸਤਾਰਾਂ ਦੀ ਬੇਅਦਬੀ ਹੋ ਰਹੀ ਹੈ, ਕਿਰਪਾਨਾਂ ਚੱਲ ਰਹੀਆਂ ਨੇ। ਲੱਗਦਾ ਨਹੀਂ ਬਹੁਤ ਮੰਦਭਾਗੀ ਘਟਨਾ ਹੈ ਆਪਣੇ ਪੂਰੇ ਸਿੱਖ ਜਗਤ ਦੇ ਲਈ?
ਸਿੱਖ ਕਦੀ ਕਿਸੇ ਦੀ ਪੱਗ ਨਹੀਂ ਲਾਉਂਦਾ ਤੇ ਜਿਹੜਾ ਲਾ ਰਿਹਾ ਨੂੰ ਸਿੱਖ ਕਹਿਣ ਦੀ ਲੋੜ ਨਹੀਂ। ਦੂਸਰੀ ਗੱਲ, ਸਿੱਖ ਧੜਿਆਂ ਨੂੰ ਇੱਕ ਧੜਾ ਬਣਾਉਣਾ ਜਾਣਦਾ ਹੈ, ਧੜਿਆਂ 'ਚ ਵੰਡਿਆ ਨਹੀਂ ਜਾ ਸਕਦਾ। ਔਰ ਜਿਹੜੇ ਲੋਕ ਧੜੇ ਬਣਾ ਕੇ ਆਪਣੇ ਆਪ ਨੂੰ ਵੰਡ ਰਹੇ ਨੇ, ਇਹਨਾਂ ਨੂੰ ਤੁਸੀਂ ਧਾਰਮਿਕ ਜਾਂ ਸਿੱਖ ਨੀਤੀਵਾਨ ਨਹੀਂ ਕਹਿ ਸਕਦੇ। ਇਹ ਰਾਜਨੀਤੀ ਦੇ ਧਾਰਮਿਕ ਵਿੰਗ ਤਾਂ ਹੋ ਸਕਦੇ ਨੇ ਔਰ ਸਾਨੂੰ ਖਡਾਉਣ ਦੇ ਵਿੱਚ ਕੰਮ ਕਰ ਸਕਦੇ ਆ, ਪਰ ਜਿਹੜਾ ਸਿੱਖ ਆ ਨਾ, ਉਹ ਨਾ ਪਹਿਲਾਂ ਵੰਡਿਆ ਸੀ ਨਾ ਅੱਜ ਵੰਡਿਆ ਹੈ। ਉਹ ਤਾਂ ਦੁਸ਼ਮਣ ਦੇ ਬੱਚੇ ਦੇ ਵੀ ਵਾਰ ਨਹੀਂ ਕਰਦਾ, ਭੱਜਦੇ ਤੇ ਵਾਰ ਨਹੀਂ ਕਰਦਾ, ਨਿਹੱਥੇ ਤੇ ਵਾਰ ਨਹੀਂ ਕਰਦਾ, ਤੇ ਗਰੀਬ ਬਜ਼ੁਰਗ ਮਾਤਾਵਾਂ ਧੀਆਂ ਬੱਚੀਆਂ ਦੇ ਵਾਰ ਨਹੀਂ ਕਰਦਾ। ਜੇ ਇਹ ਕਰ ਰਹੇ ਨੇ ਫਿਰ ਇਹਨਾਂ ਨੂੰ ਸਿੱਖ ਨਾ ਕਹੋ, ਕਿਉਂਕਿ ਸਿੱਖ ਇੱਦਾਂ ਕਰਦਾ ਨਹੀਂ। ਤੇ ਅੱਜ ਵੀ ਸਿੱਖ ਉੱਥੇ ਖੜਾ ਹੈ, ਤੇ ਜਿਹੜੇ ਸਿੱਖ ਸੀ ਅੱਜ ਵੀ ਇਕੱਠੇ ਹੋ ਜਾਂਦੇ। ਹੁਣ ਬਾਬਾ ਫੌਜਾ ਸਿੰਘ ਸਿਆਸੀ ਨਹੀਂ ਆ, ਧਾਰਮਿਕ ਨੇ। ਮੈਂ ਸਿਆਸੀ ਨਹੀਂ ਆ, ਮੈਂ ਧਾਰਮਿਕ ਹਾਂ। ਅੱਜ ਦੋ ਮਿਸਲਾਂ ਇਕੱਠੀਆਂ ਹੋਈਆਂ ਨਾ, ਸਿੱਖ ਸਦਭਾਵਨਾ ਦਲ ਤੇ ਬਾਬਾ ਫੌਜਾ ਸਿੰਘ ਅਕਾਲ ਬੁੰਗਾ, ਇਹ ਦੋ ਮਿਸਲਾਂ ਇਕੱਠੀਆਂ ਹੋਈਆਂ ਨੇ। ਤੇ ਫਿਕਰ ਨਾ ਕਰੋ, ਜਿਹੜੀਆਂ ਸਿੱਖ ਨੀਤੀਵਾਨ ਹੋਣਗੀਆਂ ਉਹ ਇਕੱਠੀਆਂ ਹੋਣਗੀਆਂ, ਜਿਹੜੀਆਂ ਰਾਜਨੀਤਿਕ ਹੋਣਗੀਆਂ ਉਹ ਸਾਡੀ ਭੰਡੀ ਕਰਨਗੀਆਂ। ਤੁਹਾਡੇ ਵਾਲੀ ਗੱਲ ਕਹਿ ਕੇ। ਅੱਛਾ, ਮੈਂ ਇੱਕ ਸਵਾਲ ਹੋਰ ਲਵਾਂਗਾ। ਐਸਜੀਪੀਸੀ ਚੋਣਾਂ ਵੀ ਆਉਣੀਆਂ ਨੇ, ਤੁਹਾਡੇ ਦਲ ਵੱਲੋਂ ਜਾਂ ਜਿੰਨੇ ਵੀ ਤੁਹਾਡੇ ਨਾਲ ਸਿੱਖ ਜਥੇਬੰਦੀਆਂ ਦੀ ਗੱਲ ਕਰ ਰਹੇ ਹੋ ਤੁਸੀਂ, ਕੀ ਰਣਨੀਤੀ ਰਹੂਗੀ? ਆਓਗੇ ਅੱਗੇ? ਕਿਉਂਕਿ ਸਾਰੇ ਕਹਿੰਦੇ ਤਾਂ ਇਹ ਨੇ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਬਾਦਲ ਪਰਿਵਾਰ ਦਾ ਹੁਕਮ ਚੱਲਦਾ ਹੈ, ਉਹਨਾਂ ਦੇ ਅੰਡਰ ਚੱਲਦੀ ਹੈ, ਇਦਾਂ ਦੇ ਇਲਜ਼ਾਮ ਬਾਦਲ ਪਰਿਵਾਰ ਦੇ ਉੱਤੇ ਲੱਗਦੇ ਨੇ। ਪਰ ਜੇ ਇਲਜ਼ਾਮ ਲੱਗਦੇ ਨੇ ਤਾਂ ਇਹਨਾਂ ਦਾ ਫਿਰ ਮੁਕਾਬਲਾ ਤੁਸੀਂ ਕਿੱਦਾਂ ਕਰੋਗੇ? ਅੱਗੇ ਰਣਨੀਤੀ ਬਣਾਈ ਹੈ ਕੋਈ ਇੱਦਾਂ? ਮੁਕਾਬਲਾ ਅਸੀਂ ਕਰਾਂਗੇ ਜੀ। ਸਿੱਖ ਨੀਤੀ ਤੇ ਰਾਜਨੀਤੀ ਦੋ ਪਹਿਲੂ ਨੇ, ਔਰ ਸਿੱਖ ਨੀਤੀ ਤੇ ਰਾਜਨੀਤੀ ਉਹ ਦੋ ਕਿਰਪਾਨਾਂ ਨੇ, ਇੱਕ ਮਿਆਨ 'ਚ ਨਹੀਂ ਪਾਈਆਂ ਜਾ ਸਕਦੀਆਂ। ਰਾਜਨੀਤੀ ਝੂਠ ਤੋਂ ਬਿਨਾਂ ਨਹੀਂ ਚੱਲ ਸਕਦੀ, ਸਿੱਖ ਨੀਤੀ ਸੱਚ ਤੋਂ ਬਿਨਾਂ ਨਹੀਂ ਚੱਲ ਸਕਦੀ। ਅਸੀਂ ਸੱਚ ਨੀਤੀ ਦੇ ਮੁਦਈਆਂ, ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁਰੂਆਤ ਕੀਤੀ ਆ, ਉਹ ਰਾਜਨੀਤੀ ਨਹੀਂ ਸੀ। ਇਹ ਗੰਦੀ ਰਾਜਨੀਤੀ ਨੇ ਧਰਮ ਤੇ ਰਾਜਨੀਤੀ ਇਕੱਠਾ ਕਰਕੇ ਬੇੜਾ ਗਰ ਕਰ ਦਿੱਤਾ ਸਾਡੇ ਗੁਰੂ ਧਾਮ ਤੇ ਇਤਿਹਾਸਾਂ ਦਾ। ਸਿੱਖ ਨੀਤੀ ਤੇ ਧਰਮ ਇਕੱਠੇ ਹੋ ਸਕਦੇ ਆ। ਗੁਰੂ ਸਾਹਿਬ ਜੀ ਨੇ ਧਰਮ ਦੇ ਵਿੱਚੋਂ ਪੈਦਾ ਕਰਕੇ ਸਿੱਖ ਨੀਤੀ ਦਿੱਤੀ। ਸਿੱਖ ਨੀਤੀ ਤਹਿਤ ਅਸੀਂ ਦਿੱਲੀ ਵਿੱਚ ਵੀ ਲੜੇ ਆ। ਆ ਜਿਹੜੇ ਲੋਕ ਸਾਡੇ ਤੇ ਦੂਸ਼ਣਬਾਜ਼ੀ ਕਰਦੇ ਆ ਨਾ, ਉਹ ਸਰਵੇਖਣ ਕਰਨ ਕਿ ਇੱਕ ਪਾਸੇ ਝੁੰਡ ਖੜਾ ਹੈ, ਇੱਕ ਬੰਨੇ ਸਿੱਖ ਸਦਭਾਵਨਾ ਦਲ ਖੜਾ ਹੈ, ਇੱਕ ਬੰਨੇ ਰਾਜਨੀਤੀ ਖੜੀ, ਇੱਕ ਬੰਨੇ ਸਿੱਖ ਨੀਤੀ ਖੜੀ ਹੈ। ਸਿੱਖ ਨੀਤੀ ਤਹਿਤ ਅਸੀਂ ਉੱਥੇ ਚੋਣ ਲੜੀ 2017 ਦੀ। 17 ਕੀ ਦਿਨ ਮਿਲੇ, 28 ਬੰਦੇ ਖੜੇ ਕੀਤੇ। ਨਾ ਸਾਡੇ ਕੋਲ ਪੈਸਾ ਹੈ, ਨਾ ਸਾਧਨ ਹੈ, ਨਾ ਬੰਦੇ ਤੇ ਨਾ ਸਮਾਂ। ਪਰ ਦਿੱਲੀ ਦੇ ਸੂਝਵਾਨ ਵੋਟਰਾਂ ਨੇ, ਸਿੱਖਾਂ ਨੇ, ਜਿੱਥੇ 33 ਜਾਂ 43% ਵੋਟਾਂ ਪੈਂਦੀਆਂ ਨੇ ਟੋਟਲ, ਉਹਦੇ ਵਿੱਚੋਂ 8.5 ਤੋਂ 10% ਵੋਟ ਸਾਨੂੰ ਪੈਂਦੇ। ਸਰਵੇਖਣ ਕੀ ਕਹਿੰਦਾ? ਤੂੰ ਪੈਰ ਪੱਕੇ ਕਰ, ਪੰਥ ਤੈਨੂੰ ਉਡੀਕਦਾ ਪਿਆ। ਤੂੰ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ, ਪੰਥ ਤਾਂ ਬੂਹੇ ਖੋਲੀ ਬੈਠਾ ਜੀ। ਇਸ ਲਈ ਇੱਥੇ ਵੀ ਇਹਨਾਂ ਨੂੰ ਦੱਸਾਂਗੇ ਕਿ ਸਿੱਖ ਨੀਤੀ ਇੰਨੀ ਕੁ ਤਾਕਤਵਰ ਹੈ, ਉਹਨੂੰ ਕਿਸੇ ਰਾਜਨੀਤਿਕ ਵੱਲੋਂ ਬਣਾਏ ਹੋਏ ਧਾਰਮਿਕ ਵਿੰਗ ਦੀ ਲੋੜ ਨਹੀਂ। ਅਸੀਂ ਦਿੱਲੀ ਤੇ ਲਾਹੌਰ 'ਚ ਅਕਾਲ ਤਖਤ ਸਾਹਿਬ ਖੜਾ ਕੀਤਾ ਸਾਡੇ ਬਜ਼ੁਰਗਾਂ ਵੱਡਿਆਂ ਨੇ, ਔਰ ਸ਼ੇਰੇ ਪੰਜਾਬ ਨੇ ਰਾਜ ਕਾਇਮ ਕਰਕੇ ਦਿੱਤਾ ਸਿੱਖ ਨੀਤੀ ਵਾਲਾ। ਅੱਜ ਵੀ ਅਸੀਂ ਸਿੱਖ ਨੀਤੀ ਕੋ ਲੰਗੜੀ ਲੂਲੀ ਨਹੀਂ ਵੀ ਜਿਹੜੀ ਵੀ ਤੁਸੀਂ ਕਹੋਗੇ ਵੀ ਉਹ ਕਿੱਦਾਂ ਅੱਗੇ ਆ ਨਹੀਂ ਸਕਦੀ, ਆਏਗੀ। ਆਖਰੀ ਸਵਾਲ ਲਵਾਂਗਾ। 8 ਦਿਨ ਤੋਂ ਬਾਅਦ 9ਵਾਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੁਹਾਡਾ ਪੰਥਕ ਹੋਕਾ, ਕੋਈ ਅਸਰ ਲੱਗ ਰਿਹਾ ਜਾਂ ਤੁਸੀਂ ਇੱਥੇ ਸ਼ਬਦ ਕੀਰਤਨ ਕਰਦੇ ਹੋ, ਉਧਰ ਵੀ ਸ਼ਬਦ ਕੀਰਤਨ ਚੱਲ ਰਿਹਾ, ਉਹ ਆਪਣੇ ਘਰੀ ਚਲੇ ਜਾਂਦੇ ਨੇ, ਤੁਸੀਂ ਆਪਣੇ ਘਰੀ ਚਲੇ ਜਾਂਦੇ ਹੋ, ਕੋਈ ਅਸਰ ਲੱਗ ਰਿਹਾ ਇਹਨਾਂ 8 ਦਿਨਾਂ ਦੇ ਵਿੱਚ? ਅਸਰ ਸਾਡੇ ਤੇ ਹੈ ਨਾ, ਤੁਸੀਂ ਸਾਡੇ ਕੋਲ ਆਏ ਹੋ ਨਾ, ਇਹ ਅਸਰ ਹੀ ਤੇ ਹੈ। ਜੇ ਵੀਰ ਪੱਤਰਕਾਰ ਇੱਥੇ ਚੱਲ ਕੇ ਆ ਰਹੇ ਨੇ ਔਰ ਇਹਨੂੰ ਸੰਗਤਾਂ 'ਚ ਲੈ ਕੇ ਜਾ ਰਹੇ ਨੇ, ਇਹ ਅਸਰ ਹੀ ਹੈ। ਔਰ ਜਿੰਨੀ ਸੰਗਤ ਇੱਥੋਂ ਲੰਘਦੀ ਹੈ ਰੋਜ਼, ਕੱਲੀ ਪੰਜਾਬ ਦੀ ਨਹੀਂ, ਦਿੱਲੀ, ਹਰਿਆਣਾ, ਭਾਰਤ ਦੇ ਹੋਰ ਖਿੱਤਿਆਂ ਦੀ, ਇਦੋਂ ਅੱਗੇ ਵਿਦੇਸ਼ਾਂ ਤੋਂ ਆਈ ਹੋਈ ਸੰਗਤ, ਉਹ ਫੋਟੋਆਂ ਖਿੱਚ ਕੇ ਖੜ ਰਹੀ ਆ। ਔਰ ਇਹਨਾਂ ਦੇ ਮੂੰਹ ਤੇ ਕਾਲਖ ਮਲੇਗੀ ਜਾ ਕੇ ਪੰਜਾਬ ਸਰਕਾਰ ਦੇ ਵੀ, ਤੇ ਆ ਜਿਹੜੇ ਬੈਠੇ ਨੇ ਨੀਲੀਆਂ ਪੱਗਾਂ ਵਾਲੇ ਮਹੰਤ, ਅੱਜ ਢਿੱਡਾਂ ਵਾਲੇ ਵੱਡੇ ਵੱਡੇ, ਇਹਨਾਂ ਦੇ ਵੀ ਮੂੰਹ ਤੇ ਕਾਲਖ ਪੂੰਝੇਗੀ, ਉਹ ਜਾ ਕੇ ਲਾਏਗੀ ਵੀ 100 ਸਾਲ ਦੇ ਇਤਿਹਾਸ ਨੂੰ ਕਲੰਕਿਤ ਕੀਤਾ ਬਾਦਲ ਦਲੀਆਂ ਨੇ, ਸ਼੍ਰੋਮਣੀ ਕਮੇਟੀ ਨੇ ਜਿਹੜਾ। ਔਰ ਦੂਜੇ ਬੰਨੇ ਪੰਜਾਬ ਸਰਕਾਰ, ਅਸੀਂ ਵਿਦੇਸ਼ੋਂ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਗਏ, ਉੱਥੇ 328 ਸਵਰੂਪ ਗਬਨ ਹੋਏ ਹੋਕਾ ਦੇ ਰਹੇ ਸਨ, ਤੇ ਪੰਜਾਬ ਸਰਕਾਰ ਸੁੱਤੀ ਪਈ ਸੀ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਕੱਦਮਾ ਦਰਜ ਕਰਨ ਨੂੰ ਰਾਜੀ ਨਹੀਂ ਸੀ। ਇਹ ਹੋਕਾ ਤਾਂ ਉਹ ਲੈ ਕੇ ਲੋਕ ਘਰ ਘਰ ਜਾ ਰਹੇ ਨੇ। ਹੋ ਸਕਦਾ ਹੈ ਹਰਿਮੰਦਰ ਸਾਹਿਬ ਕੀਤੇ ਦਰਸ਼ਨ
ਉਹਨੇ ਸੰਗਤ 'ਚ ਕਿੱਥੇ ਕਿੱਥੇ ਮਿਲਿਆ ਉਹਨੂੰ ਨਾ ਚੇਤਾ ਰਵੇ, ਪਰ ਜਿਹੜਾ ਪੰਥਕ ਹੋਕੇ ਨੂੰ ਵੇਖ ਕੇ ਚਲਿਆ ਗਿਆ ਨਾ, ਉਹ ਜ਼ਰੂਰ ਜਾ ਕੇ ਦੱਸੂਗਾ ਵੀ ਬੜੀ ਮਾੜੀ ਗੱਲ, ਜਿਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ ਗਿਆ, ਸੰਪਾਦਕੀ ਹੋਈ ਮਹਾਰਾਜ ਜੀ ਦਾ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੇਵਾ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਰੂਪ ਲਿਖਵਾਏ। ਜਿਹੜੀ ਜਗ੍ਹਾ ਤੇ ਪਹਿਲਾ ਪ੍ਰਕਾਸ਼ ਹੋਇਆ ਉਸੇ ਹੀ ਜਗ੍ਹਾ ਤੇ ਅੱਜ ਗਵਨ ਹੋਇਆ, ਔਰ ਉਸੇ ਹੀ ਜਗ੍ਹਾ ਤੇ ਜਿਹੜਾ ਇਨਸਾਫ ਦੇਣ ਵਾਲਾ ਗੁਰੂ ਸੀ, ਅੱਜ ਉਸ ਗੁਰੂ ਲਈ ਸਿੱਖ ਇਨਸਾਫ ਲਈ ਬੈਠੇ ਹੋਏ ਆ। ਅੱਛਾ, ਰਣਨੀਤੀ ਕੀ ਰਹੂਗੀ ਹੁਣ ਅਗਲੀ, ਜੇ ਮੰਨ ਲਓ ਕੋਈ ਵੀ ਅਸਰ ਨਹੀਂ ਹੁੰਦਾ, ਉਹ ਨਹੀਂ ਆਉਂਦੇ, FIR ਨਹੀਂ ਦਰਜ ਹੁੰਦੀ ਹੈ, ਤੁਹਾਡੀ ਅਗਲੀ ਰਣਨੀਤੀ ਕੀ ਰਹੂਗੀ? ਬਹੁਤ ਘੱਟ ਸ਼ਬਦਾਂ ਵਿੱਚ ਜਾਣਨਾ ਚਾਹੁੰਦਾ। ਤੁਸੀਂ ਆਉਂਦੇ ਰਹੋ, ਅਗਲੀ ਰਣਨੀਤੀ ਵੀ ਤੁਹਾਨੂੰ ਜਾਣੂ ਕਰਾਵਾਂਗੇ। ਜੇ ਇਹ ਸੁੱਤੇ ਨੇ ਤੇ ਫਿਰ ਸ਼ਸਤਰ ਵੀ ਸਾਨੂੰ ਨਾਲ ਨਾਲ ਤਿੱਖੇ ਕਰਨੇ ਪੈਣਗੇ, ਉਹ ਅਸੀਂ ਕਰਦੇ ਪਏ ਹਾਂ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਭਾਈ ਬਲਦੇਵ ਸਿੰਘ ਵਡਾਲਾ ਜੀ, ਜਿਨ੍ਹਾਂ ਦੇ ਵੱਲੋਂ ਵਿਸਥਾਰ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਡੇ ਨਾਲ ਆਪਣੇ ਵਿਚਾਰ ਰੱਖੇ ਨੇ। ਬੇਖੱਦ ਗੁੱਸਾ, ਰੋਸ ਪ੍ਰਗਟਾਇਆ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਨਾਲ, ਔਰ ਉਹਨਾਂ ਨੇ ਕਿਹਾ ਕਿ ਜੇਕਰ ਇੱਦਾਂ ਹੀ ਚੱਲਦਾ ਰਿਹਾ ਤਾਂ ਉਹ ਗੁਰੂ ਮਹਾਰਾਜ ਨੂੰ ਦੇ ਇਸ ਕੇਸ ਨੂੰ ਲੈ ਕੇ ਇਨਸਾਫ ਲੈਣਗੇ। ਸਿੱਖ ਸੰਗਤ ਨੂੰ ਇਸ ਦਾ ਇਨਸਾਫ ਜ਼ਰੂਰ ਮਿਲੇਗਾ, ਚਾਹੇ ਉਹਨਾਂ ਨੂੰ ਜਿਹੜੇ ਅੱਗੇ ਆ ਕੇ ਲਗਾਤਾਰ ਇਸ ਸੰਘਰਸ਼ ਨੂੰ ਵਿੱਢਣਾ ਪਵੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਅੰਮ੍ਰਿਤਸਰ।